नमस्कार, मैं हूं दीपांशी पुहाल और आप मेरे साथ देख रहे हैं उदय न्यूज लाइव। आइए खबरों का सिलसिला शुरू करते हैं कुछ खास खबरों के साथ। देवीगढ़ लिंक रोड के पास ट्रैक्टर मार्केट ऋषि कॉलोनी के पास निव्या बैटरी के साथ भरे ट्रक को लगी आग। सारी गाड़ी जलकर खाक हो गई, लेकिन नुकसान का भी अंदाजा नहीं लग पाया। देवीगढ़ लिंक रोड के पास ट्रैक्टर मार्केट ऋषि कॉलोनी के पास निव्या बैटरी के साथ भरे ट्रक को आग लग गई। सूत्रों के हवाले से यह खबर है कि पटियाला के ट्रक यूनियन से यह ट्रक पटियाला से पांवटा साहिब के लिए बैटरी लेकर निकला था, मगर अचानक आग की लपटों ने सारे ट्रक को अपनी आगोश में ले लिया। वहीं मौके पर पहुंची दमकल की एक गाड़ी द्वारा आग पर काबू पाया गया और वहीं ट्रक के मालिक ने कहा कि यह गाड़ी पंचकुला से आई थी और पटना साहिब जा रही थी। किथे जा रही सी? ये पंचकूले तो भर के आई है, पटना साहब जा रही सी। माल किस के ਵਿੱਚ बैटरियां जी ਕਿੰਨੇ ਕੁ ਨੁਕਸਾਨ ਆਇਆ? ਪੁਰਾਣੀਆਂ ਬੈਟਰੀ ਨਵੀਂ ਬੈਟਰੀਆਂ ਸੀ? नवीं बैटरियां पर हजे पता नहीं जी कितना नुकसान, ਲਗਭਗ ਕਿੰਨਾ ਕੁ ਹੋਏਗਾ ਬੈਟਰੀ? कुछ कह नहीं सकते अपन पता ਲੱਖਾਂ ਕਿੰਨਾ ਕੁ? है लखा जी होएगा। ਕੀ ਕਹਿਣਾ ਚਾਹੁੰਦੇ, ਕਿਵੇਂ ਅੱਗ ਲੱਗੀ ਹੈ? ਕੁਝ ਪਤਾ ਲੱਗਿਆ? बस गड्डी भेजी है जी, पता नहीं लगे हजे। ਮਾਲ ਆਪਣਾ ਸੀਗਾ ਕਿ नहीं जी व्यापारी था जी, ਤੁਸੀਂ ਕੌਣ? मैं मालिक है जी। ਬੈਟਰੀਆਂ ਦੇ? नहीं गड्डी दे जी। ਨਾ ਮਿਲੀ ਸੀ ਕਿ ਟਰੈਕਟਰ ਮਾਰਕੀਟ ਕੋਲੇ 14 ਟਾਇਰ ਟਰੱਕ ਨੂੰ ਅੱਗ ਲੱਗ ਗਈ ਹੈ। ਇਸ ਕਰਕੇ ਅਸੀਂ ਇਮੀਡੀਏਟਲੀ ਟਰੱਕ ਨੂੰ ਬਚਾਇਆ ਤੇ ਹੋਰ ਜਿਹੜੇ ਉਹਦੇ ਵਿੱਚ ਆਪਣੇ ਭਰੇ ਹੋਏ ਸੀ ਬੈਟਰੇ ਤੇ ਉਹ ਸਾਰੇ ਨੂੰ ਬਚਾਇਆ ਤੇ ਹੋਰ ਜਾਨੀ ਮਾਲੀ ਨੁਕਸਾਨ ਤੋਂ ਬਚਾਇਆ ਇਹਨਾਂ ਨੂੰ। ਕਿਹੜੀ ਜਗ੍ਹਾ ਹੋਈ ਹੈ? ਇਹ ਟਰੈਕਟਰ ਮਾਰਕੀਟ ਦੇ ਕੋਲ ਜੀ, ਪੁਲ ਦੇ ਉੱਪਰ। ਸਾਰਾ ਬਚਾਅ ਹੋ ਗਿਆ? ਹਾਂ, ਬਚਾਅ ਹੋ ਗਿਆ ਜੀ, ਉਹਨਾਂ ਦਾ ਨੁਕਸਾਨ ਹੋਇਆ, ਬੈਟਰੇ ਕਾਫੀ ਨੁਕਸਾਨ ਹੋ ਗਿਆ ਬੈਟਰਾਂ ਦਾ। ਗੱਡੀ ਦਾ ਵੀ ਟਾਇਰ ਟੂਰ ਫੁੱਕ ਗਏ ਥੋੜੇ ਜਿਹੇ, ਬਾਕੀ ज़्यादा बचा लिया सी ने। स्कूल खुलने के बावजूद नहीं पढ़ने पहुंचे स्कूल में बच्चे, हिदायतों और शर्तों को लेकर आ रही मुश्किलें। पंजाब सरकार की तरफ से 9वीं से 12वीं कक्षाओं को खोलने की हिदायतें जारी कर दी गई हैं। 19 अक्टूबर सुबह 8:30 बजे से 2:30 बजे तक स्कूल खोलने की हिदायतें दी गई हैं। जब हमारी टीम ने बटाला के सीनियर सेकेंडरी स्कूल में जाकर जायज़ा लिया तो स्कूल के प्रबंधकों ने बताया कि पंजाब सरकार की तरफ से हिदायतें हैं कि 9वीं से 12वीं तक के बच्चों को स्कूल में पढ़ाया जाए। हमने हिदायतों के अनुसार तैयारी मुकम्मल कर ली। पैर से चलने वाला सैनिटाइजर मशीन के अलावा कक्षा में सोशल डिस्टेंस का भी इस्तेमाल का भी पूरा ध्यान रखा गया, लेकिन कहीं ना कहीं बच्चे बहुत कम आ रहे हैं क्योंकि हमारे पास 9वीं से 12वीं तक के 300 करीब विद्यार्थी हैं, लेकिन स्कूल खुलने के बावजूद बहुत कम तादाद में बच्चे स्कूल पढ़ने के लिए पहुंचे हैं। ਸਰਕਾਰ ਦੀਆਂ ਹਦਾਇਤਾਂ ਦੇ ਅਕੋਰਡਿੰਗਲੀ ਜੋ ਸਰਕਾਰ ਨੇ ਸਾਨੂੰ ਹੁਕਮ ਦਿੱਤੇ ਹਨ, ਉਹਨਾਂ ਦਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਸਕੂਲ ਓਪਨ ਕਰ ਦਿੱਤੇ ਹਨ। ਸਕੂਲ ਦੇ ਵਿੱਚ ਸੈਨੀਟਾਈਜ਼ਰ, ਫੁੱਟ ਸੈਨੀਟਾਈਜ਼ਰ ਦਾ ਪ੍ਰਬੰਧ ਹੈ। ਬੱਚਿਆਂ ਨੂੰ ਮਾਸਕ ਲਗਾ ਕੇ ਆਉਣ ਲਈ ਕਿਹਾ ਗਿਆ ਤੇ ਸੋਸ਼ਲ ਡਿਸਟੈਂਸਿੰਗ ਨੂੰ ਪੂਰੀ ਤਰੀਕੇ ਨਾਲ ਮੇਨਟੇਨ ਰੱਖਦੇ ਹੋਏ ਅਸੀਂ ਬੱਚਿਆਂ ਨੂੰ ਵਿੱਦਿਆ ਦੇਣ ਜਾ ਰਹੇ ਹਾਂ। ਕਿੰਨੇ ਟੋਟਲ ਬੱਚੇ ਨੇ 9ਵੀਂ ਤੋਂ 12ਵੀਂ ਤੱਕ ਤੁਹਾਡੇ ਕੋਲ ਇੱਥੇ ਸਕੂਲ ਦੇ ਵਿੱਚ? ਸਾਡੇ ਕੋਲ 9ਵੀਂ ਤੋਂ 12ਵੀਂ ਤੱਕ ਲਗਭਗ 550 ਵਿਦਿਆਰਥੀ ਵਿੱਦਿਆ ਗ੍ਰਹਿਣ ਕਰ ਰਿਹਾ ਹੈ। ਤੇ ਕਿੰਨੇ ਅੱਜ ਤੱਕ, ਹੁਣ ਅੱਜ ਦੇ ਪਹਿਲੇ ਦਿਨ ਕਿੰਨੇ ਕੋ ਪਹਿਲੇ ਦਿਨ ਸਾਡੇ ਕੋਲ 9ਵੀਂ ਕਲਾਸ ਦੇ ਵਿੱਚ ਵਿਦਿਆਰਥੀ 4 ਵਿਦਿਆਰਥੀ ਆਏ ਹਨ ਤੇ ਉਮੀਦ ਹੈ ਕਿ ਅੱਗੋਂ ਵੀ ਹੋਰ ਵਿਦਿਆਰਥੀ ਆਉਣਗੇ। ਟੀਚਰ ਸਟਾਫ ਕਿੰਨਾ ਹੈਗਾ ਤੁਹਾਡੇ? ਸਾਡੇ ਕੋਲ ਟੀਚਰ ਲਗਭਗ 46-47 ਮੈਂਬਰਸ ਹੈਗੇ ਹਨ। ਕਿਤੇ ਕੋਈ ਮੁਸ਼ਕਲ ਦਿੱਕਤ ਆਉਂਦੀ ਦਿਖਾਈ ਦੇ ਰਹੀ? ਕਿਉਂਕਿ 550 ਵਿਦਿਆਰਥੀ ਤੇ ਕੇਵਲ 4 ਹੀ ਆਣੇ ਪਹਿਲੇ ਦਿਨ, ਕਿੱਥੇ ਦਿੱਕਤ ਆ ਰਹੀ ਹੈ? ਸੋ ਅਸੀਂ ਆਲਰੇਡੀ ਹੀ ਜੋ ਸਰਕਾਰ ਦੇ ਨੋਰਮਸ ਦੇ ਅਕੋਰਡਿੰਗਲੀ ਮਲਟੀਮੀਡੀਆ ਰਾਹੀਂ ਵਿਦਿਆਰਥੀਆਂ ਨੂੰ ਵਿੱਦਿਆ ਦੇ ਰਹੇ ਹਾਂ। ਉਹ ਜੋ ਵਿੱਦਿਆ ਦਿੱਤੀ ਜਾ ਰਹੀ ਹੈ ਉਹਨਾਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਰਿਹਾ, ਪਰ ਜਦੋਂ ਵਿਦਿਆਰਥੀ ਫੇਸ ਟੂ ਫੇਸ ਆਉਣਗੇ ਉਹਨਾਂ ਦਾ ਹੋਰ ਵੀ ਮਨੋਬਲ ਵਧੇਗਾ। ਸੋ ਇਸ ਮੁੱਦੇ ਨਜ਼ਰ ਥੋੜ੍ਹੇ ਹੀ ਦਿਨਾਂ ਦੇ ਵਿੱਚ ਸਾਨੂੰ ਇਸ ਦੇ ਸਾਰਥਕ ਰਿਜ਼ਲਟਸ ਦੇਖਣ ਨੂੰ ਮਿਲਣਗੇ। ਅੱਜ ਫਸਟ ਡੇ ਹੈ, ਮੈਂ ਉਮੀਦ ਕਰਦਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਵਿਦਿਆਰਥੀ ਸਕੂਲ 'ਚ ਆਣ ਕੇ ਆਪਣੇ ਪੇਰੈਂਟਸ ਦੀ ਕੰਸੈਂਟ ਲੈ ਕੇ ਆਉਣਗੇ ਤੇ ਇਸ ਚੀਜ਼ ਦਾ ਬੈਨੀਫਿਟ ਲੈਣਗੇ। ਲੱਗਦਾ ਕਿਤੇ ਨਾ ਕਿਤੇ ਜੇ ਪੇਰੈਂਟਸ ਦੀ ਲਿਖਤੀ ਹਮਾਇਤ ਮੰਗੀ ਗਈ ਉਹਦੇ ਨਾਲ ਵੀ ਕੋਈ ਮੁਸ਼ਕਲ ਆਉਂਦੀ ਦਿਖਾਈ ਦੇ ਰਹੀ ਕੋਈ? ਫਿਲਹਾਲ ਥੋੜ੍ਹਾ ਜਿੰਨਾ ਤੇ ਪੇਰੈਂਟਸ ਜਿਹੜੇ ਨੇ ਉਹ ਇਸ ਚੀਜ਼ ਤੋਂ ਝਿਜਕਦੇ ਹੋਣਗੇ। इंतज़ाम तो SOP के मुताबिक सारे कर रहे हैं, एक दो चीज़ों छोड़ के बाकी सारिया शर्तां लगभग SOP दियाँ लागू कर दी स्कूल से। जो भी मशीन सैनिटाइज़र दियाँ पानी वालियाँ जो भी चाहिए असी प्रबंध कर लिया, बट किते ना किते ढिल ये रह गई सी कि सरकार ने पूरा प्रॉपरली सहयोग नहीं दिता। पहला 15 ਨੂੰ भी नहीं खुले स्कूल, फिर वो थोड़ा जिहा ਸਕੱਤਰ ਦਾ ਤੇ एजुकेशन मंत्री का थोड़ा डिस्प्यूट होने करके टाइम फिर वध गया तो 19 का उन्होंने कहा सी पेरेंट्स ਨੂੰ प्रॉपरली गाइड नहीं कर पाए।
ਨਾ ਹੀ ਪੇਰੈਂਟਸ ਸਾਡੇ ਨਾਲ ਸਹਿਯੋਗ ਕਰ ਪਾਏ ਜਾਂ ਪੁੱਛ ਪਾਏ ਕਿ ਕਦੋਂ ਖੁੱਲ੍ਹਣਾ। ਅੱਜ ਥੋੜ੍ਹਾ ਜਿਹਾ ਉਹਦੀ ਕਮੀ ਰਹਿ ਗਈ, ਜਿਹਦੇ ਕਰਕੇ ਸਟਰੈਂਥ ਪ੍ਰੋਪਰਲੀ ਨਹੀਂ ਆ ਪਾਈ। 9ਵੀਂ ਤੋਂ ਲੈ ਕੇ 12ਵੀਂ ਤੱਕ ਸਕੂਲ ਖੋਲ੍ਹੇ ਨੇ ਤੇ ਕਿੰਨੇ ਬੱਚੇ ਨੇ ਸਕੂਲ 'ਚ? ਲਗਭਗ 300 ਦੇ ਕਰੀਬ ਸਟਰੈਂਥ ਹੈ ਮੇਰੇ ਕੋਲ, ਤੇ 30 ਕੁ ਬੱਚਿਆਂ ਦੀ ਕੰਸੈਂਟ ਹਲੇ ਤੱਕ ਆਈ ਹੈ, ਤੇ ਦੇਖੋ ਹੌਲੀ ਹੌਲੀ ਕਿਸ ਤਰ੍ਹਾਂ ਬਣੇਗਾ। ਅੱਜ ਤੇ ਸਟਰੈਂਥ ਬਹੁਤ ਥੋੜੀ ਸੀ। ਸਕੂਲ ਦੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ? ਸੈਨੀਟਾਈਜ਼ ਕੀਤਾ ਗਿਆ ਕੁਛ? ਸਾਰਾ ਸਕੂਲ ਸੈਨੀਟਾਈਜ਼ ਕਰ ਦਿੱਤਾ ਸਰ, ਔਰ डिसइंफेक्ट भी करवाया ਉਹਦੇ ਬਾਅਦ, ਔਰ ਜੋ ਵਾਟਰ ਟੈਂਕੀ ਹੈ ਉਹ ਮਤਲਬ ਸਾਡਾ RO ਵਗੈਰਾ ਦਾ ਵੀ ਸਾਰਾ ਅਸੀਂ ਸਰਵਿਸ ਵਗੈਰਾ ਕਰਾ ਕੇ ਪ੍ਰੋਪਰਲੀ, ਔਰ ਰੂਮਸ ਨੂੰ ਵੀ ਪ੍ਰੋਪਰਲੀ ਧੁਆ ਕੇ ਸੈਨੀਟਾਈਜ਼ ਕਰਵਾਇਆ, ਜਿਹਦੇ ਨਾਲ ਵੀ 7 ਮਹੀਨੇ ਬੰਦ ਰਹਿਣ ਕਰਕੇ ਕਾਫੀ ਪ੍ਰੋਬਲਮ ਆਉਂਦੀਆਂ ਨੇ। ਸਰਕਾਰ ਨੇ ਜੋ ਗਾਈਡਲਾਈਨਸ SOP ਜਾਰੀ ਕੀਤੇ ਸੀਗੇ, ਤੁਸੀਂ ਉਹਨਾਂ ਤੋਂ ਖੁਸ਼ ਹੋ ਜਾਂ ਖਿਲਾਫ ਕੀਤਾ? ਦੇਖੋ SOP ਦੇ ਨਿਯਮ ਤੇ ਠੀਕ ਨੇ, ਜੋ ਸਰਕਾਰ ਸੋਚੇਗੀ ਭਲੇ ਲਈ ਸੋਚੇਗੀ, ਬਟ ਕਈ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦਾ ਮਤਲਬ ਪੂਰਾ ਨਹੀਂ ਕਰ ਪਾਉਣਗੇ, ਗੌਰਮੈਂਟ ਸਕੂਲ ਨਹੀਂ ਕਰ ਪਾਉਣਗੇ, ਕਿਉਂਕਿ ਉਹਨਾਂ ਨੂੰ ਪੈਸੇ ਕੌਣ ਦੇਗਾ ਖਰਚਣ ਲਈ, ਜਾਂ ਤਾਂ ਗੌਰਮੈਂਟ ਉਹਨਾਂ ਨੂੰ ਇਸ ਕੰਮ ਲਈ ਪੈਸੇ ਵੀ ਦੇ। ਅਗਰ ਗੌਰਮੈਂਟ ਸਕੂਲਾਂ ਨੂੰ ਪੇਮੈਂਟ ਕਰਦੀ ਹੈ ਤਾਂ ਫਿਰ ਇਹਦੇ ਨਾਲ ਦੂਸਰਾ ਸੋਚਣਾ ਪਏਗਾ, ਇੱਥੇ ਵੀ ਬੱਚੇ ਉਹਨਾਂ ਦੇ ਹੀ ਨੇ, ਸਰਕਾਰ ਉਹਨਾਂ ਦੀ ਹੈ ਅਤੇ ਬੱਚੇ ਇੱਥੇ ਵੀ ਪੰਜਾਬ ਦੇ ਰਹਿਣ ਵਾਲੇ ਨੇ, ਅਤੇ ਲਗਭਗ ਗੌਰਮੈਂਟ ਨੂੰ ਚਾਹੀਦਾ ਹੈ ਇਹਦੇ ਲਈ ਕੁਛ ਨਾ ਕੁਛ ਫੰਡ ਰਿਲੀਜ਼ ਕਰੇ, ਸਕੂਲਾਂ ਨੂੰ ਦੇ, ਤਾਂ ਜੋ ਉਹਦੇ ਵਿੱਚ ਜੋ ਵੀ ਫਾਰਮੈਲਿਟੀਜ਼ ਰਹਿ ਵੀ ਜਾਣ ਉਹ ਪੂਰੀਆਂ ਹੋਣ। ਕਿੰਨੇ ਵਜੇ ਸਕੂਲ ਲੱਗਾ ਸੀਗਾ ਔਰ ਕਿੰਨੇ ਵਜੇ ਤੱਕ ਸਕੂਲ ਚੱਲਿਆ? 9 ਤੋਂ 12:15 जी। फ्रंटलाइन पारा मेडिकल स्टाफ की ओर से पूरे पंजाब से इकट्ठे होकर पंजाब के मुख्यमंत्री कैप्टन अमरिंदर सिंह के शाही शहर पटियाला में दिया धरना। कोरोना महामारी के चलते पंजाब सरकार ने बड़े बड़े दावे किए थे, पर पंजाब सरकार की दोहरी राजनीति सामने दिखाई दी। फ्रंटलाइन पैरामेडिकल स्टाफ की ओर से पूरे पंजाब से इकट्ठे होकर पंजाब के मुख्यमंत्री कैप्टन अमरिंदर सिंह के शाही शहर पटियाला में धरना दिया। विलेज चीमा पोस्ट ऑफिस नसराली तहसील पहल जिला लुधियाना का मैं रहने वाला, और मैं कोरोना केयर सेंटर ਦੇ ਵਿੱਚ ਵਾਰਡ ਅਟੈਂਡੈਂਟ ਦੇ ਤੌਰ ਤੇ ਕੰਮ ਕਰ ਰਿਹਾ ਸੀਗਾ। ਅਸੀਂ ਵਲੰਟੀਅਰ ਤੌਰ ਤੇ ਕੰਮ ਕੀਤਾ, ਜਦੋਂ ਕਿ ਜਿਹੜੇ ਸਰਕਾਰੀ ਨੌਕਰੀ ਕਰਨ ਵਾਲੇ ਡਾਕਟਰ ਵਗੈਰਾ ਸੀਗੇ ਜਾਂ ਸਰਕਾਰ ਦੁਆਰਾ ਰੱਖਿਆ ਗਿਆ ਸਟਾਫ ਸੀਗਾ ਸਰਕਾਰੀ ਪੱਕਾ, ਉਹ ਸਟਾਫ ਤਾਂ ਕਰੋਨਾ ਪੋਜ਼ਿਟਿਵ ਕੇਸਾਂ ਦੇ ਕੋਲ ਜਾਂਦੇ ਤੱਕ ਵੀ ਨਹੀਂ ਸੀਗੇ। ਅਸੀਂ ਆਪਣੀ ਮੌਤ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਅਸੀਂ ਕਰੋਨਾ ਸੈਂਟਰਾਂ ਦੇ ਵਿੱਚ ਕੰਮ ਕੀਤਾ, ਪੋਜ਼ਿਟਿਵ ਕੇਸਾਂ ਕੋਲ ਜਾਂਦੇ ਸੀਗੇ। ਅਸੀਂ 3 ਤੋਂ ਲੈ ਕੇ 6 ਘੰਟੇ ਤੱਕ ਜਿਹੜੀ PP ਕਿੱਟ ਸੀਗੀ ਉਹ ਪਾ ਕੇ ਜੌਬ ਕੀਤੀ ਆ, ਡਿਊਟੀ ਕੀਤੀ ਆ, ਜਦੋਂ ਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਬੰਦਾ ਪੱਖੇ ਤੋਂ ਪਰੇ ਹੋਣ ਦੀ ਨਹੀਂ ਕਰਦਾ, ਪੱਖਿਆਂ ਦੇ ਥੱਲੇ ਚਾਹੁੰਦਾ ਵੀ ਹਵਾ ਵੱਧ ਤੋਂ ਵੱਧ ਹਵਾ ਦੇ ਨਾਲ ਅਸੀਂ ਜਿਉਂਦੇ ਰਹਿ ਸਕੀਏ, ਪਰੰਤੂ ਅਸੀਂ ਆਪਣੀ ਮੌਤ ਨੂੰ ਸੱਦਾ ਦੇ ਕੇ ਔਰ ਜਿਹੜੀਆਂ PP ਕਿੱਟਾਂ ਸੀਗੀਆਂ ਉਹਨਾਂ 'ਚ ਰਹਿ ਕੇ 4 5 6 ਘੰਟੇ ਆਪਣੀ ਡਿਊਟੀ ਆ ਜਿਹੜੀ ਡਿਊਟੀ ਨੂੰ ਅੰਜਾਮ ਦਿੰਦੇ ਰਹੇ ਆ। ਸਰਕਾਰ ਨੇ ਕੀ ਕੀਤਾ, ਜਦੋਂ ਤਾਂ ਔਖਾ ਸਮਾਂ ਸੀਗਾ ਸਾਡੇ ਤੋਂ ਕੰਮ ਲਿਆ, ਕੰਮ ਔਰ ਸਾਡਾ ਕੋਈ ਬੀਮਾ ਤੱਕ ਨਹੀਂ ਕੀਤਾ ਗਿਆ, ਜਦੋਂ ਕਿ ਸਰਕਾਰੀ ਜਿਹੜੇ ਮੁਲਾਜ਼ਮ ਸੀ ਪੱਕੇ ਉਹਨਾਂ ਦਾ ਤਾਂ 50 ਲੱਖ ਦਾ ਕਰੋੜ ਤੱਕ ਦਾ ਬੀਮਾ ਕੀਤਾ ਗਿਆ। ਜਿਹੜੇ ਕਰੋਨਾ ਦੇ ਜਿਹੜੇ ਵਲੰਟੀਅਰ ਤੌਰ ਤੇ ਜਿੰਨਾ ਵੀ ਸਟਾਫ ਕੀਤਾ ਗਿਆ ਸੀ ਭਰਤੀ, ਜਿਸ ਦੇ ਵਿੱਚ ਡਾਕਟਰ, ਫਾਰਮਾਸਿਸਟ ਸਟਾਫ, ਨਰਸਾਂ, ਲੈਬ ਟੈਕਨੀਸ਼ੀਅਨ, ਵਾਰਡ ਅਟੈਂਡੈਂਟ ਵਗੈਰਾ ਸਾਰੇ ਸੀਗੇ ਉਸ ਦੇ, ਔਰ ਇਹਨਾਂ ਦਾ ਜਿਹੜੇ ਵਲੰਟੀਅਰ ਸੀਗੇ ਵਲੰਟੀਅਰਾਂ ਦਾ ਕੋਈ ਵੀ ਬੀਮਾ ਤੱਕ ਵੀ ਨਹੀਂ ਕੀਤਾ ਗਿਆ ਸੀਗਾ। ਅਸੀਂ ਤਾਂ ਸਿਰਫ ਇੰਨਾ ਕਿ ਅਸੀਂ ਸਾਡੀ ਮੰਗ ਸਿਰਫ ਇੰਨੀ ਕਿਹਾ ਸਰਕਾਰ ਦੇ ਅੱਗੇ ਵੀ ਸਾਨੂੰ ਜਿਹੜੇ ਗਵਰਨਮੈਂਟ ਹਸਪੀਟਲ ਨੇ, ਸਰਕਾਰੀ ਡਿਸਪੈਂਸਰੀਆਂ ਨੇ, ਉਹਨਾਂ ਦੇ ਵਿੱਚ ਸਾਡੀ ਐਡਜਸਟਮੈਂਟ, ਹਾਂਜੀ ਜਿਹੜੀ ਸਾਡੀ ਅੱਜ ਦੀ ਰਣਨੀਤੀ ਆ ਜੀ, ਉਹ ਅਸੀਂ ਇੱਥੋਂ ਨਾ ਮੋਤੀ ਮਹਿਲ ਵੱਲ ਕੂਚ ਕਰਾਂਗੇ। ਮੋਤੀ ਮਹਿਲ ਤੱਕ ਜਾ ਕੇ ਅਸੀਂ ਰਾਜੇ ਦੇ ਇਸ ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਦੇ ਘਰੇ ਜਾ ਕੇ ਅਸੀਂ ਇਹ ਰੋਸ ਮੁਜ਼ਾਹਰਾ ਕਰ ਰਹੇ ਹਾਂ ਵੀ ਤਾਂ ਕਿ ਉਹ ਸਾਡੀ ਜਿਹੜੀ ਆਵਾਜ਼ ਆ, ਸਾਡੀ ਆਵਾਜ਼ ਨੂੰ ਸੁਣੇ। ਉਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਪੰਜਾਬ ਦੇ ਭਿਆਨਕ ਹਾਲਾਤਾਂ ਵਿੱਚ ਜਦੋਂ ਕਿ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਸੀਗੇ, ਅਸੀਂ ਸਰਕਾਰ ਦੇ ਨਾਲ ਮੋਢਾ ਲਾ ਕੇ ਉਹਨਾਂ ਦੇ ਨਾਲ ਜੁੜੇ ਰਹੇ, ਉਹਨਾਂ ਨਾਲ ਕੰਮ ਕੀਤਾ, ਔਰ ਅਸੀਂ ਆਪਣੀ ਮੌਤ ਦੀ ਵੀ ਪਰਵਾਹ ਨਹੀਂ ਕੀਤੀ, ਸਾਡੀ ਜਾਨ ਦੀ ਤੱਕ ਦੀ ਸਾਨੂੰ ਸਾਡੇ ਪਰਿਵਾਰਾਂ ਤੱਕ ਦੀ ਵੀ ਪਰਵਾਹ ਨਹੀਂ ਰਹੀ। ਅਸੀਂ ਮਹੀਨਾ 2 ਮਹੀਨੇ ਘਰਾਂ ਤੋਂ ਬਾਹਰ ਰਹਿ ਕੇ ਕੰਮ ਕੀਤਾ, ਤਾਂ ਕਿ ਸਾਡੀ ਹੁਣ ਇਹ ਮੰਗ ਆ ਵੀ ਸਰਕਾਰ ਆ ਜਿਹੜੀ ਸਾਨੂੰ ਕਿਸੇ ਗਵਰਨਮੈਂਟ ਹਸਪੀਟਲਾਂ 'ਚ ਸਾਡੀ ਐਡਜਸਟਮੈਂਟ ਕਰ ਦੇਵੇ, ਉਹਦੇ ਕੰਟਰੈਕਟ ਬੇਸ 'ਤੇ ਹੀ ਸਾਨੂੰ ਰੱਖ ਲਵੇ, DC ਰੇਟ 'ਤੇ ਹੀ ਸਾਨੂੰ ਰੱਖ ਲਵੇ, ਤਾਂ ਕਿ ਅਸੀਂ ਕੰਟਰੈਕਟ ਬੇਸ 'ਤੇ ਵੀ ਕੰਮ ਕਰਨ ਲਈ ਤਿਆਰ ਹਾਂ ਜੀ। ਮੈਂ ਲੁਧਿਆਣਾ ਜ਼ਿਲ੍ਹੇ ਦੀ ਸਟਾਫ
ਪਾਰਟਨਰਸ ਆ। ਅਸੀਂ ਸਾਡਾ ਮੇਨ ਹੈ ਕਿ ਜਦੋਂ ਕਿ ਸਰਕਾਰ ਨੂੰ ਲੋੜ ਸੀ ਅਸੀਂ ਕੰਮ ਕਰ ਰਹੇ ਹਾਂ ਉਸ ਟਾਈਮ ਦੇ ਉੱਤੇ ਅਸੀਂ ਆ ਕੇ ਸਰਕਾਰ ਦੀ ਪ੍ਰੋਪਰ ਹੈਲਪ ਕੀਤੀ ਆ। ਬਟ ਹੁਣ ਸਰਕਾਰ ਇਹ ਕਹਿ ਰਹੀ ਹੈ ਕਿ ਕਰੋਨਾ ਬਹੁਤ ਜ਼ਿਆਦਾ ਚੱਲ ਗਿਆ, ਸਾਨੂੰ ਸਟਾਫ ਦੀ ਕੋਈ ਜ਼ਰੂਰਤ ਨਹੀਂ ਹੈਗੀ। ਇਨ ਕੇਸ ਕਰੋਨਾ ਦੁਬਾਰਾ ਆ ਜਾਂਦਾ ਫਿਰ ਸਰਕਾਰ ਕੀ ਕਰੂਗੀ? ਉੱਥੇ ਵੀ ਲੋੜ ਸਟਾਫ ਦੀ ਤਾਂ ਹਰ ਵੇਲੇ 24 ਆਵਰ ਲੋੜ ਆ। ਕਰੋਨਾ ਨੇ ਕਿਹੜਾ ਦੱਸ ਕੇ ਆਉਣਾ ਕਿ ਅੱਜ ਮੈਂ ਹੈਗਾ ਤਾਂ ਕੱਲ੍ਹ ਨੂੰ ਮੈਂ ਨਹੀਂ ਹੈਗਾ। ਇਹਨਾਂ ਨੇ ਕਿਹਾ ਕਿ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਸਟਾਫ ਦੀ, ਜਿਹੜਾ ਸਟਾਫ ਰੱਖਿਆ ਸੀ ਸਾਰਾ ਸਟਾਫ ਇਹਨਾਂ ਨੇ ਕੱਢ ਦਿੱਤਾ ਹੈ। ਤੇ ਹੁਣ ਸਾਨੂੰ ਅਸੀਂ ਇਸ ਮੰਗ ਲੈ ਕੇ ਆਏ ਹਾਂ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਸਪਤਾਲਾਂ ਦੇ ਵਿੱਚ ਐਡਜਸਟ ਕੀਤਾ ਪੂਰੇ ਜਾਵੇ। ਪੰਜਾਬ ਤੋਂ ਆਏ ਹੋ ਤੁਸੀਂ? ਹਾਂਜੀ, ਪੂਰੇ ਪੰਜਾਬ ਦੇ ਵਿੱਚ। ਕੀ ਰਣਨੀਤੀ ਰਹੇਗੀ ਅੱਜ ਦੀ? ਸਰ ਅੱਜ ਅਸੀਂ ਪ੍ਰੋਟੈਸਟ ਕਰਾਂਗੇ, ਪੂਰੇ ਵਲੰਟੀਅਰ ਪੂਰੇ ਪੰਜਾਬ ਦੇ ਇਕੱਠੇ ਹੋਏ ਆ ਤੇ ਸਰਕਾਰ ਤੋਂ ਹੀ ਮੰਗ ਕਰਾਂਗੇ ਕਿ ਸਾਨੂੰ ਕਿਤੇ ਨਾ ਕਿਤੇ ਐਡਜਸਟ ਕੀਤਾ ਜਾਵੇ। ਬਿਕੋਜ਼ ਅਸੀਂ ਉਹਨਾਂ ਦੇ ਬਹੁਤ ਜ਼ਿਆਦਾ ਟਫ ਟਾਈਮ ਦੇ ਵਿੱਚ ਹੈਲਪ ਕੀਤੀ ਹੈ ਸਰਕਾਰ ਦੀ, ਤੇ ਸਰਕਾਰ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਉਹ ਆਪਦੇ ਸਿਟੀਜ਼ਨਸ ਨੂੰ ਜਿਹੜੇ ਕਿ ਨੌਜਵਾਨ ਪੀੜ੍ਹੀ ਆ ਉਹਨੂੰ ਜਦ ਕਿ ਨੌਜਵਾਨ ਪੀੜ੍ਹੀ ਥੋੜੀ ਹੈਲਪ ਕਰ ਰਹੀ ਹੈ। ਇੱਕ ਪਾਸੇ ਤੁਸੀਂ ਕਹਿ ਰਹੇ ਕਿ ਨੌਜਵਾਨ ਨਸ਼ਿਆਂ 'ਚ ਰੁਲ ਰਹੇ ਆ ਤੇ ਸਾਡੀ ਪੀੜ੍ਹੀ ਬੇਰੁਜ਼ਗਾਰ ਹੋ ਰਹੀ ਹੈ, ਇੱਕ ਪਾਸੇ ਤੁਸੀਂ ਰੁਜ਼ਗਾਰ ਦੇ ਕੇ ਆਪਣੇ ਜਿਹੜੇ ਬੱਚਿਆਂ ਨੂੰ ਖੋ ਰਹੇ ਆ। ਇਹ ਕਿੱਥੋਂ ਦਾ ਇਨਸਾਫ ਆ? ਇਹ ਤਾਂ ਸਰਕਾਰ ਤੋਂ ਅਸੀਂ ਇਨਸਾਫ ਦੀ ਮੰਗ ਕਰਨ ਆਏ ਆ ਕਿ ਸਾਨੂੰ ਨੌਕਰੀਆਂ ਦਿੱਤੀਆਂ ਜਾਣ, ਜੋ ਕਿ ਕੈਪਟਨ ਸਰਕਾਰ ਦਾਅਵਾ ਕਰਦੀ ਹੈ ਘਰ ਘਰ ਨੌਕਰੀਆਂ। ਤੇ ਮੈਡਮ ਕੀ ਰਣਨੀਤੀ ਰਹੇਗੀ ਤੁਹਾਡੀ? ਅੱਜ ਮੰਗ ਪੱਤਰ ਦੋਗੇ ਜਾਂ ਮਹਿਲ ਵੱਲ ਜਾਓਗੇ? ਸਰ ਅਸੀਂ ਮੰਗ ਇੱਕ ਮਿੰਟ ਪੈਦਲ ਮਾਰਚ ਕਰਾਂਗੇ ਐਂਡ ਮੰਗ ਪੱਤਰ ਤਾਂ ਅਸੀਂ ਪਹਿਲਾਂ ਵੀ ਡੀਸੀ ਨੂੰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਦੇ ਚੁੱਕੇ ਹਾਂ, ਜਿਹਦਾ ਕਿ ਸਾਨੂੰ ਕੋਈ ਵੀ ਰਿਜ਼ਲਟ ਹਜੇ ਤੱਕ ਨਹੀਂ ਮਿਲਿਆ। ਮੰਗ ਪੱਤਰ ਦੇਣ ਦਾ ਤਾਂ ਕੋਈ ਵੈਲਿਊ ਨਹੀਂ ਹੈਗੀ, ਕਿਸੇ ਦਿੱਤੇ ਕਿ ਸਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ। 15 ਦਿਨ ਹੋ ਗਏ ਮੰਗ पत्र देते। करनाल के मंगल सैन ऑडिटोरियम में वाल्मीकि प्रतिनिधि सम्मेलन का आयोजन किया गया। इस सम्मेलन में बीजेपी के प्रदेश अध्यक्ष ओपी धनखड़ ने शिरकत कर महर्षि वाल्मीकि जी के जीवन पर प्रकाश डाला। करनाल में आज वाल्मीकि प्रतिनिधि सम्मेलन का आयोजन किया गया। कार्यक्रम में प्रदेश भर से वाल्मीकि समाज के लोगों द्वारा शिरकत की गई। इस कार्यक्रम में मुख्य अतिथि के रूप में शिरकत करने पहुंचे बीजेपी के प्रदेश अध्यक्ष ओपी धनखड़। अपने संबोधन में धनखड़ ने कहा कि महर्षि भगवान वाल्मीकि जी ने रामायण जैसे महान ग्रंथ की रचना की, जो हमारे सनातन परंपरा का सबसे बड़ा आधार है। भगवान वाल्मीकि जी ने रामायण जैसे महान ग्रंथ की रचना की और हमारी सनातन परंपरा का सबसे बड़ा आधार है। और मूल्यों की शिक्षा दुनिया में किसी किताब में है तो रामायण में है। वार ऑफ वैल्यूज, भाई कैसा हो, पत्नी कैसी हो, धर्म कैसा निभाए राजा, इन सब बातों की जो शिक्षा दी गई है। आज भी समाज हजारों साल बाद कहता है भाई हो तो भरत जैसा हो, सहयोगी हो तो हनुमान जैसा हो, पत्नी हो तो सीता जैसी हो। ये इतने बड़े आदर्श हमारे समाज के सामने रखे, हम उन्हीं आदर्शों पे बढ़ते हुए समाज आगे बढ़ रहा है। उस परंपरा पर जो महर्षि और भगवान वाल्मीकि जी ने रखी थी, आज मैं यहाँ उनकी जयंती के समारोह में सम्मिलित होकर अपने आप को अभिभूत महसूस कर रहा हूँ। और समाज ने बहुत सारी बातें जो है, बहुत बातों के लिए धन्यवाद किया है कि महर्षि वाल्मीकि के नाम पर विश्वविद्यालय है, पढ़ने का जो रास्ता दिया है समाज को। और महापुरुषों की जयंतियाँ जो सरकारी समारोह के रूप में मनाई जाती रही हैं, कोरोना काल को अगर हम इस बात को निकाल दें तो उस सब के लिए भी समाज बहुत आभारी और अनुग्रहित है। उसके लिए समाज ने आभार व्यक्त किया है। बड़ौदा चुनाव का बहुत अच्छा माहौल है, नॉमिनेशंस हो गए हैं और बहुत मैं कहूँगा कि सभी पार्टियाँ अपने अपने अभियान में लगी हैं। ये सीट पहले कांग्रेस के पास थी, लेकिन बीजेपी को एक अवसर मिला है, इस अवसर को हम उपलब्धि में बदलेंगे। किसान लगातार प्रदर्शन कर रहे हैं और 25 अक्टूबर को उन्होंने बंद का आह्वान किया है। देखिए जो तीनों विधेयक हैं वो किसानों की आर्थिक आज़ादी के हैं। कोई कमी उसमें कोई किसान संगठन निकाल नहीं पा रहा। किसान संगठनों से जुड़े हुए कुछ लोग एक ही बात कहते हैं कि बाहर भी एमएसपी पे खरीदा जाए, ये बात उनमें जोड़ दो। ये बात व्यावहारिक नहीं है। मैं आप मीडिया के साथियों के माध्यम से ये बात पहुंचाना चाहता हूं। अभी हम बाजरा खरीदते हैं 2150 के भाव में, लेकिन जब बाजरा हम खरीद बंद कर देंगे तो बाजरे का ये भाव नहीं रहेगा। सरकार बाजरे को वापस भी बेचती है क्योंकि सरकार का अपना कोई काम नहीं, तो सरकार जब वापस बेचेगी तो और सस्ता हो जाएगा। तो अगर मंडी में बाजरा सस्ता होगा और किसी के किसान के घर में अगर महंगा रह गया 2150 के भाव का, तो अगर 1200-1500 के भाव में मंडी में मिलेगा ऑफ सीजन में, तो कोई भी ट्रेडर, कोई भी व्यापारी किसान से नहीं लेगा, मंडी से लेगा, ट्रेडर से लेगा। वो कहेगा
कि अगर मैं आपसे लूँगा तो आप पे शर्त लगी हुई है कि 2150 से कम नहीं ले सकता, और उससे कम लिया तो मेरे पर जुर्माना हो जाएगा या सज़ा हो जाएगी, इसलिए उसको बाध्य नहीं किया जा सकता। इसी तरह से सरसों जब हम खरीदेंगे उस समय महंगी होगी, जब वापस बेचेंगे तो सस्ती आ जाएगी, इसलिए वो बात व्यावहारिक नहीं है। लेकिन ये खरीद ऐसे ही जैसे मंडी में सरकारी खरीद हो रही है धान की, बाजरे की, मूंग की, ये ऐसे ही जारी रहेगी। एमएसपी बढ़ के आएगा। पिछली बार 64 लाख मीट्रिक टन धान खरीदा था, इस बार भी चाहे 65, 70 कितना ही आ जाए उतना धान खरीदेंगे। 31 लाख क्विंटल पिछली बार बाजरा आया था, एक एक दाना बाजरे का खरीदेंगे। लगातार खरीद जारी है। धान को लेके है, धान मिल रहा है नहीं, सब जगह मंडी में आप जाके देख लीजिए। सब जगह एमएसपी पर खरीद हो रही है, आप जाके कवर करिए। खबरों का सिलसिला जारी रहेगा। आप हमारे साथ जुड़े रहिए और देखते रहिए उदय न्यूज़ लाइव। नमस्कार।